ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम खुशामदीद जी आया ਨੂੰ ਤੁਹਾਡੇ ਆਪਣੇ ਚੈਨਲ ਸਕਾਈ ਰੈਸਪੀ। ਅੱਜ ਅਸੀਂ ਬਣਾ ਰਹੇ ਹਾਂ ਬਹੁਤ ਮਜ਼ੇਦਾਰ, ਬਹੁਤ ਟੇਸਟੀ ਔਰ ਸਸਤਾ ਜਿਹਾ ਸਾਲਨ। ਸਸਤਾ ਜਿਹਾ ਇਸ ਲਈ ਕਹਾਂਗੀ ਕਿ ਮਜ਼ੇਦਾਰ ਜ਼ਿਆਦਾ ਹੈ ਤੇ ਕੀਮਤ ਇਹਦੀ ਕਮ ਹੈ। ਜੀ ਹਾਂ, ਅੱਜ ਅਸੀਂ ਬਣਾ ਰਹੇ ਹਾਂ ਅੰਡਾ ਗ੍ਰੇਵੀ ਜਾਂ ਐਗ ਕਰੀ, ਇਹਨੂੰ ਤੁਸੀਂ ਕਹਿ ਲਓ। ਬਹੁਤ ਮਜ਼ੇਦਾਰ ਸਾਲਨ ਬਣਨਾ ਹੈ। ਜਦੋਂ ਤੁਸੀਂ ਸੋਚੋ ਕਿ ਅੱਜ ਕੀ ਪਕਾਈਏ, ਹਰ ਘਰ ਦਾ ਇਹ ਮਸਲਾ ਹੈ ਤੇ ਕੋਈ ਚੀਜ਼ ਨਾ ਉਸ ਦਿਨ ਤੁਹਾਡਾ ਮੂਡ ਹੋਵੇ ਪਕਾਣੇ ਦਾ, ਉਸ ਦਿਨ ਤੁਸੀਂ ਅੰਡਾ ਗ੍ਰੇਵੀ ਬਣਾ ਲਓ। ਬਹੁਤ ਮਜ਼ੇਦਾਰ ਸਾਲਨ ਬਣਦਾ ਹੈ। ਇਹਦੇ ਵਾਸਤੇ ਮੈਂ ਲੈ ਰਹੇ ਨੇ 6 ਅੰਡੇ। ਤੁਸੀਂ ਆਪਣੀ ਫੈਮਿਲੀ ਦੇ ਹਿਸਾਬ ਨਾਲ ਅੰਡੇ ਜ਼ਿਆਦਾ ਔਰ ਕਮ ਕਰ ਸਕਦੇ ਹੋ। ਔਰ ਨਾਲ ਹੀ ਅੰਡਿਆਂ ਵਰਗੇ ਛੋਟੇ ਛੋਟੇ ਆਲੂ ਲੈ ਲੈਣੇ। ਆਲੂਆਂ ਨੂੰ ਔਰ ਅੰਡਿਆਂ ਨੂੰ ਮੈਂ ਬੋਇਲ ਕਰਨੇ ਲਈ ਰੱਖ ਦਿੰਦੀ ਹਾਂ। ਔਰ ਤੁਸੀਂ ਠੰਡੇ ਪਾਣੀ 'ਚ ਅੰਡੇ ਡਾਲਨੇ ਆ, ਗਰਮ ਪਾਣੀ ਵਿੱਚ ਅੰਡੇ ਨਹੀਂ ਪਾਣੇ ਉਬਾਲਣੇ ਵਕਤ, ਕਿਉਂਕਿ ਅਗਰ ਗਰਮ ਪਾਣੀ ਵਿੱਚ ਅੰਡੇ ਪਾਵਾਂਗੇ ਨਾ, ਅੰਦਰ ਅੰਡਾ ਇੱਕਦਮ ਉੱਪਰੋਂ ਇਹਦਾ ਛਿਲਕਾ ਟੁੱਟ ਜਾਂਦਾ, ਜਿਹਦੇ ਵਿੱਚ ਅੰਡੇ ਦੇ ਵਿੱਚ ਪਾਣੀ ਜਾਣੇ ਦਾ ਖਤਰਾ ਹੁੰਦਾ। ਜਿੱਦਾਂ ਹੀ ਅੰਡੇ ਬੋਇਲ ਹੋ ਰਹੇ ਆ, ਆਪਾਂ ਇੱਕ ਕੜਾਈ ਲੈ ਲੈਂਦੇ ਹਾਂ। ਕੜਾਈ ਦੇ ਵਿੱਚ ਆਇਲ ਪਾ ਲਿਆ ਮੈਂ ਅੱਧਾ ਕੱਪ। 3 ਮੀਡੀਅਮ ਸਾਈਜ਼ ਦੇ ਪਿਆਜ਼ ਕੱਟ ਕੇ ਇਹਦੇ ਵਿੱਚ ਪਾ ਲਿਆ। ਪਿਆਜ਼ਾਂ ਨੂੰ ਬਹੁਤ ਜ਼ਿਆਦਾ ਡਾਰਕ ਬਰਾਊਨ ਨਹੀਂ ਕਰਨਾ, ਲੇਕਿਨ ਪਿਆਜ਼ਾਂ ਨੂੰ ਗੋਲਡਨ ਬਰਾਊਨ ਕਰਨਾ। ਸਾਬਤ ਹੀ ਅਦਰਕ ਵਿੱਚ ਮੋਟਾ ਮੋਟਾ ਕੱਟ ਕੇ ਸਾਬਤ ਲਸਣ ਇਹਦੇ ਵਿੱਚ ਪਾ ਦੇਣਾ। ਇੱਕ ਲਸਣ ਦਾ ਗੰਢਾ ਜਿਹੜਾ ਉਹ ਛਿਲਕੇ ਦੇ ਵਿੱਚ ਮੈਂ ਪਾਤਾ, ਤੇ 2 ਇੰਚ ਦਾ ਅਦਰਕ ਦਾ ਟੁਕੜਾ ਸੀ ਜਿਹਨੂੰ ਮੈਂ ਕੱਟ ਕੇ ਉਹ ਇਹਦੇ ਵਿੱਚ ਪਾਇਆ। ਬਸ ਹੁਣ ਇਹਨੂੰ ਆਪਾਂ ਗੋਲਡਨ ਬਰਾਊਨ ਹੋਣੇ ਤੱਕ ਨਾ ਇਹਨੂੰ ਆਪਾਂ ਫਰਾਈ ਕਰਨਾ। ਜਿਵੇਂ ਹੀ ਸਾਡੇ ਪਿਆਜ਼ਾਂ ਦਾ ਰੰਗ ਗੋਲਡਨ ਤੇ ਆਂਦਾ, ਅਸੀਂ ਪਿਆਜ਼ਾਂ ਨੂੰ ਤੇਲ ਵਿੱਚੋਂ ਕੱਢ ਲੈਣਾ। ਮਾਸ਼ਾਅੱਲਾ ਤੁਸੀਂ ਦੇਖੋ ਪਿਆਜ਼ਾਂ ਦਾ ਰੰਗ ਗੋਲਡਨ ਫਰਾਈ ਹੋ ਗਿਆ। ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢ ਲੈਣਾ ਆਇਲ ਤੋਂ। ਸਾਰੇ ਆਪਾਂ ਪਿਆਜ਼ ਇਹਦੇ ਚੋਂ ਬਾਹਰ ਕੱਢ ਲੈਣਾ। ਆਇਲ ਕੋਸ਼ਿਸ਼ ਕਰੋ ਕਿ ਆਇਲ ਸਾਰਾ ਹੈ ਨਾ ਤੁਸੀਂ ਇਹਦਾ ਨਿਚੋੜ ਦਿਓ ਵਿੱਚ। ਔਰ ਇਹਨੂੰ ਨਿਚੋੜਨੇ ਤੋਂ ਬਾਅਦ ਅਸੀਂ ਇਹਨੂੰ ਪਾ ਲੈਣਾ ਇੱਕ ਬਲੈਂਡਰ ਦੇ ਜਾਰ। ਬਲੈਂਡਰ ਦੀ ਜਾਰ ਤੋਂ ਪਾਣੇ ਤੋਂ ਪਹਿਲੇ ਸਭ ਤੋਂ ਪਹਿਲੇ ਮੈਂ ਇਹਦੇ ਵਿੱਚ ਪਾਵਾਂਗੀ ਟਮਾਟਰ, ਕਿਉਂਕਿ ਪਿਆਜ਼ ਹੈਗੇ ਮੇਰੇ ਗਰਮ। ਤੇ ਵਿੱਚ ਇਹਦੇ ਪਾਉਂਗੀ ਟਮਾਟਰ। 3 ਅਦਦ ਟਮਾਟਰ ਨੇ ਮੀਡੀਅਮ ਸਾਈਜ਼ ਦੇ, ਰਫਲੀ ਮੋਟੇ ਮੋਟੇ ਕੱਟ ਕੇ ਮੈਂ ਇਹਦੇ ਵਿੱਚ ਪਾਤੇ। ਹੁਣ ਪਿਆਜ਼ ਗਰਮ ਵੀ ਹੋਣ ਤੇ ਕੋਈ ਮਜ਼ਾਇਕਾ ਨਹੀਂ ਹੈਗਾ, ਇਹਦੇ ਵਿੱਚ ਪਿਆਜ਼ ਪਾ ਦੇਣੇ ਨੇ ਉੱਤੇ ਜਿਹੜੇ ਮੈਂ ਬਰਾਊਨ ਹੋਏ ਕੱਢੇ ਨੇ। ਸਾਰੇ ਮੈਂ ਪਿਆਜ਼ ਕੱਢ ਕੇ ਬਰਾਊਨ ਹੋਏ ਇਹਦੇ ਵਿੱਚ ਪਾ ਦੇਣੇ। ਨਾਲ ਹੀ ਹੁਣ ਇਹਦੇ ਵਿੱਚ 1 ਪਿਆਲੀ ਦਹੀਂ ਦੀ ਇਹਦੇ ਵਿੱਚ ਪਾ ਦੇਣੀ ਆਪਾਂ। ਔਰ ਫਿਰ ਇਹਦੇ ਵਿੱਚ ਥੋੜਾ ਜਿਹਾ ਪਾ ਦੇਣਾ ਪਾਣੀ, 1 ਪਿਆਲੀ ਜਿੰਨਾ ਹੀ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਬਲੈਂਡ ਕਰ ਲੈਣਾ। ਉਸੇ ਤੇਲ ਦੇ ਵਿੱਚ ਅਸੀਂ ਪਾ ਦੇਣਾ ਜ਼ੀਰਾ। ਅਗਰ ਤੇਲ ਤੁਹਾਨੂੰ ਕਮ ਲੱਗੇ ਥੋੜਾ ਜਿਹਾ ਹੋਰ ਪਾ ਦਿਓ। 2-3 ਲੌਂਗ ਤੇ ਇੱਕ ਛੋਟਾ ਜਿਹਾ 2 ਟੁਕੜੇ ਦਾਲਚੀਨੀ ਦੇ। ਬਸ ਇਹਨਾਂ ਨੂੰ ਕਰਨਾ ਥੋੜਾ ਜਿਹਾ ਹਲਕਾ ਜਿਹਾ ਫਰਾਈ, ਹਲਕੀ ਆਂਚ ਤੇ। ਜਿਸੇ ਤਰ੍ਹਾਂ ਸਾਡਾ ਮਸਾਲਾ ਅਸੀਂ ਗ੍ਰਾਈਂਡ ਕਰਕੇ ਹੋ ਗਿਆ ਤਿਆਰ। ਉਹਦੇ ਵਿੱਚ ਪਾਣੀ ਕਿਉਂਕਿ ਅਸੀਂ ਕਾਫੀ ਮਿਕਦਾਰ 'ਚ ਪਾਇਆ, ਵਿੱਚ ਦਹੀਂ ਵੀ ਸੀਗਾ। ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਔਰ ਇਹਦਾ ਪਾਣੀ ਖੁਸ਼ਕ ਹੋਣੇ ਤੱਕ, ਆਇਲ ਸੈਪਰੇਟ ਹੋਣੇ ਤੱਕ ਇਹਨੂੰ ਫਰਾਈ ਕਰਾਂਗੇ। ਇਹਨੂੰ ਆਪਾਂ ਨਾਲ ਹੀ ਇਹਦੇ ਵਿੱਚ ਪਾ ਦੇਣੀ ਅਸੀਂ ਸੁਰਖ ਮਿਰਚ, ਧਨੀਆ ਸੁੱਕਾ ਕੁੱਟਿਆ ਹੋਇਆ 1 ਖਾਣੇ ਦਾ ਚਮਚ, ਨਮਕ ਹਸਬ ਜ਼ਾਇਕਾ, ਹਲਦੀ 1 ਟੀਸਪੂਨ। ਔਰ ਜੀ ਇਹ ਬੇਸਿਕ ਮਸਾਲੇ ਆ ਬਸ ਇਹਦੇ। ਇਹਨੂੰ ਚੰਗੀ ਤਰ੍ਹਾਂ ਤੁਸੀਂ ਬਸ ਮਿਕਸ ਕਰਨਾ। ਮਿਕਸ ਕਰਕੇ ਇਹਨੂੰ ਪੱਕਣੇ ਲਈ ਰੱਖ ਦੇਣਾ। ਮਿਰਚਾਂ ਮੈਂ ਇਸ ਲਈ ਨਾਲ ਪਾਤੀਆਂ ਕਿ ਫੌਰਨ ਹੀ ਜਿਹੜੇ ਸਾਡੇ ਸਪਾਈਸਿਸ ਆ ਨਾ ਉਹ ਵੀ ਇਹਦੇ ਨਾਲ ਪੱਕ ਜਾਣ, ਉਹਨਾਂ ਦਾ ਜ਼ਾਇਕਾ ਬਿਲਕੁਲ ਮਸਾਲੇ ਦੇ ਅੰਦਰ ਮਿਕਸ ਹੋ ਜਾਵੇ। ਮਾਸ਼ਾਅੱਲਾ ਜੀ ਦੇਖੋ ਤੁਸੀਂ ਘੀ ਜਿਹੜਾ ਅਲੱਗਾ ਹੋ ਗਿਆ ਔਰ ਥੋੜੀ ਗ੍ਰੇਵੀ ਹੈ ਜਿਹੜਾ ਮਸਾਲਾ ਉਹ ਅਲੱਗਾ ਹੋ ਗਿਆ। ਹਜੇ ਵੀ ਉਹ ਉਨਾ ਜ਼ਿਆਦਾ ਘੀ ਸੈਪਰੇਟ ਨਹੀਂ ਹੋਇਆ ਮਸਾਲੇ ਦੇ ਵਿੱਚ, ਹਜੇ ਵੀ ਪਾਣੀ ਹੈ। ਇਹਨੂੰ ਥੋੜੀ ਦੇਰ ਮੈਂ ਹੋਰ ਪਕਾਵਾਂਗੀ। ਜੀ ਫਰੈਂਡ, ਇਹਨੂੰ ਤਕਰੀਬਨ ਅਸੀਂ 5 ਮਿੰਟ ਹੋਰ ਫਰਾਈ ਕਰਨੇ ਤੋਂ ਬਾਅਦ ਇਹਦਾ ਢੱਕਣ ਚੱਕ ਕੇ ਦੇਖਦੇ ਹਾਂ। ਜੀ ਮਾਸ਼ਾਅੱਲਾ ਬਹੁਤ ਹੀ ਜ਼ਬਰਦਸਤ ਜੀ ਖੁਸ਼ਬੂ ਆ ਰਹੀ ਹੈ ਔਰ ਗ੍ਰੇਵੀ ਸਾਡੀ ਹੋ ਗਈ ਹੈ ਤਕਰੀਬਨ ਤਿਆਰ। ਹੁਣ ਬਿਲਕੁਲ ਤਿਆਰ ਹੈ ਕਿ ਇਹਦੇ ਵਿੱਚ ਅੰਡੇ ਪਾਏ ਜਾਣ। ਅੰਡੇ ਮੈਂ ਛਿਲ ਕੇ ਇਹਨਾਂ ਨੂੰ ਕੱਟ ਲਾ ਲਿਆ। ਇੱਕ ਇੱਕ ਅੰਡੇ ਨੂੰ 3-3 4-4 ਜਿਹੜੇ ਆ ਨਾ ਅਸੀਂ ਕੱਟ ਲਾ ਲੈਣਾ, ਤਾਂ ਕਿ ਮਸਾਲਾ ਨਾ ਜਿਹੜਾ ਉਹਦੇ ਅੰਦਰ ਜਜ਼ਬ ਹੋ ਜਾਵੇ ਚੰਗੀ ਤਰ੍ਹਾਂ ਦੇ। ਇਸੇ ਤਰ੍ਹਾਂ ਮੈंने ਅੰਡਿਆਂ ਨੂੰ ਵੀ ਕੱਟ ਲਾ ਲਿਆ ਔਰ ਮੈਂ ਆਲੂ ਛਿਲ ਕੇ ਉਹਨਾਂ ਨੂੰ ਵੀ ਕੱਟ ਲਿਆ। ਆਲੂਆਂ ਨੂੰ ਮੈਂ ਕੱਟਿਆ ਨਹੀਂ, ਆਲੂ ਵੀ ਮੈਂ ਕਿਉਂਕਿ ਆਲੂ ਮੈਂ ਛੋਟੇ ਸਾਈਜ਼ ਦੇ ਲਏ ਸੀ, ਇਸ ਲਈ ਮੈਂ ਆਲੂ ਵੀ ਸਾਬਤ ਹੀ ਇਹਦੇ ਅੰਦਰ ਪਾ ਰਹੀ ਹਾਂ ਔਰ ਅੰਡੇ ਵੀ। ਔਰ ਆਲੂਆਂ ਨੂੰ ਵੀ ਮੈਂ ਇਸੇ ਤਰ੍ਹਾਂ ਕੱਟ ਲਾ ਲਿਆ। ਇਹਨਾਂ ਨੂੰ ਆਹਿਸਤਾ ਆਹਿਸਤਾ ਮਿਕਸ ਕਰਾਂਗੇ ਚੰਗੀ ਤਰ੍ਹਾਂ, ਤੇ ਥੋੜੀ ਦੇਰ ਇੱਥੇ ਇਹਨਾਂ ਨੂੰ ਅਸੀਂ ਮਿਕਸ ਕਰਦੇ ਹੋਏ ਫਰਾਈ ਕਰਾਂਗੇ, ਤਾਂ ਕਿ ਤਮਾਮ ਜਿਹੜਾ ਨਾ ਅੰਡਿਆਂ ਨੂੰ ਔਰ ਆਲੂਆਂ ਨੂੰ ਅੱਛੀ ਤਰ੍ਹਾਂ ਗ੍ਰੇਵੀ ਦੇ ਵਿੱਚ ਡਿਪ ਹੋ ਜਾਣ। ਔਰ ਇਸੇ ਟਾਈਮ ਤੇ ਅਗਰ ਤੁਹਾਨੂੰ ਮੇਰੀ ਰੈਸਪੀ ਅੱਛੀ ਲੱਗ ਰਹੀ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ।
ਨਾਲ ਅਗਰ ਤੁਸੀਂ ਚੈਨਲ ਨੂੰ ਪਹਿਲੇ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੀ ਲਾਈਕ ਕਰ ਲਓ, ਨਾਲ ਸ਼ੇਅਰ ਕਰ ਲਓ ਤੇ ਪਿਆਰੇ ਜੋ ਕਮੈਂਟ 'ਚ ਜ਼ਰੂਰ ਦੱਸਿਓ ਕਿ ਤੁਹਾਨੂੰ ਰੈਸਪੀ ਕਿਸ ਤਰ੍ਹਾਂ ਦੀ ਲੱਗੀਆਂ। 5 ਮਿੰਟ ਦਮ ਦੇ ਬਾਅਦ ਅਸੀਂ ਫੇਰ ਇਹਨੂੰ ਚੈੱਕ ਕਰਦੇ ਹਾਂ ਜੀ। ਦੇਖੋ ਮਾਸ਼ਾਅੱਲਾ, ਔਰ ਕਾफ़ੀ ਹੱਦ ਤੱਕ ਹੈ ਨਾ ਜਿਹੜੀ ਉਹ ਗ੍ਰੇਵੀ ਦਾ ਪਾਣੀ ਹੋਰ ਜ਼ਿਆਦਾ ਖੁਸ਼ਕ ਹੋ ਗਿਆ ਔਰ ਘੀ ਹੈ ਨਾ ਜਿਹੜਾ ਉਹ ਅਲੱਗਾ ਹੋਣਾ ਸ਼ੁਰੂ ਹੋ ਗਿਆ। ਇਸ ਟਾਈਮ 'ਤੇ ਅਸੀਂ ਇਹਦੇ ਵਿੱਚ ਕੱਟੀਆਂ ਹੋਈਆਂ 3 ਤੋਂ 4 ਸਬਜ਼ੀ ਮਿਰਚਾਂ ਦੇ ਵਿੱਚ ਸ਼ਾਮਿਲ ਕਰ ਦੇਣਾ। ਹਲਕਾ ਜਿਹਾ ਇਹਦੇ ਵਿੱਚ ਪਾਣੀ ਸ਼ਾਮਿਲ ਕਰਨਾ ਤਾਂ ਕਿ ਮਸਾਲੇ ਨੂੰ ਹੋਰ ਚੰਗੀ ਤਰ੍ਹਾਂ ਗ੍ਰੇਵੀ ਔਰ ਅੰਡੇ ਆਲੂ ਦਾ ਜ਼ਾਇਕਾ ਮਿਕਸ ਹੋ ਸਕੇ ਔਰ ਜਿਹੜਾ ਸਾਡਾ ਗ੍ਰੇਵੀ ਉਹ ਇੱਕ ਸਮੂਥ ਸ਼ਕਲ 'ਚ ਆ ਜਾਵੇ। ਇਸ ਤਰ੍ਹਾਂ ਇਹਨੂੰ ਅਸੀਂ ਲਾ ਕੇ ਜਿਹੜਾ ਪਾਣੀ ਲਾ ਕੇ ਇਹਨੂੰ ਇੱਥੇ ਕਮ ਅਜ਼ ਕਮ 15 ਮਿੰਟ ਲਈ ਮੀਡੀਅਮ ਤੋਂ ਲੋ ਆਂਚ 'ਤੇ ਪਕਾਵਾਂਗੇ ਤਾਂ ਕਿ ਇਹਨਾਂ ਦਾ ਟੇਸਟ ਚੱਲ। ਇਸ ਟਾਈਮ 'ਤੇ ਆਪਾਂ ਇਹਨਾਂ ਨੂੰ 15 ਮਿੰਟ ਲਈ ਮੀਡੀਅਮ ਆਂਚ 'ਤੇ ਪਕਣੇ ਲਈ ਛੋੜ ਦੇਣਾ ਤਾਂ ਕਿ ਬਿਲਕੁਲ ਅੱਛੇ ਤਰੀਕੇ ਨਾਲ ਪੱਕ ਜਾਏ। ਹੁਣ 15 ਮਿੰਟ ਤੋਂ ਬਾਅਦ ਆਪਾਂ ਇਹਨੂੰ ਚੈੱਕ ਕਰਦੇ ਹਾਂ। ਮਾਸ਼ਾਅੱਲਾ ਜੀ, ਬਹੁਤ ਹੀ ਪਿਆਰੀ ਖੁਸ਼ਬੂ, ਬਹੁਤ ਹੀ ਜ਼ਬਰਦਸਤ ਜ਼ਾਇਕਾ, ਪੂਰਾ ਘਰ ਤੁਹਾਡੇ ਇਹਦੀ ਖੁਸ਼ਬੂ ਨਾਲ ਮਹਿਕ ਜਾਏਗਾ। ਇੰਨਾ ਜ਼ਬਰਦਸਤ ਇਹਦੀ ਖੁਸ਼ਬੂ ਆ ਰਹੀ ਹੈ ਔਰ ਤੁਸੀਂ ਮਾਸ਼ਾਅੱਲਾ ਦੇਖੋ ਲੁੱਕ ਵਾਈਜ਼ ਵੀ ਇੰਨੀ ਜ਼ਬਰਦਸਤ ਬਣੀ, ਇੰਨੀ ਅੱਛੀ ਗ੍ਰੇਵੀ, ਇਹਦੀ ਸਮੂਥ ਗ੍ਰੇਵੀ ਬਣਾਉਣ ਲਈ ਤੁਸੀਂ ਅਗਰ ਚਾਹੁੰਦੇ ਹੋ ਕਿ ਤੁਹਾਡੀ ਰੈਸਪੀ ਖਰਾਬ ਨਾ ਹੋਵੇ ਤੇ ਵੀਡੀਓ ਨੂੰ ਕਿਤੋਂ ਵੀ ਸਕਿਪ ਕੀਤੇ ਬਗੈਰ ਦੇਖਿਓ ਤਾਂ ਕਿ ਗ੍ਰੇਵੀ ਹੈ ਨਾ ਜਿਹੜੀ ਉਹ ਇੰਨੀ ਹੀ ਸਮੂਥ ਬਣੇ ਔਰ ਇਹ ਜ਼ਬਰਦਸਤ ਜਿਹੜੀ ਇਹਦੀ ਖਾਣੇ ਦੇ ਵਿੱਚ ਦਾ ਟੇਸਟ ਆਵੇ, ਇਹਦੀ ਦੇਖਣੇ ਨੂੰ ਇਹਦੀ ਖੂਬਸੂਰਤੀ ਆਵੇ। ਮਾਸ਼ਾਅੱਲਾ ਜੀ, ਸਾਡਾ ਸਾਲਨ ਬਣ ਕੇ ਤਿਆਰ ਹੋ ਗਿਆ ਐਗ ਗ੍ਰੇਵੀ ਦਾ। ਹੁਣ ਬਸ ਇਹਦਾ ਥੋੜਾ ਜਿਹਾ ਪੁਆਇੰਟ ਇਹਦੇ ਇੱਕ ਮਿਸਾ ਜੀ ਉਹਦੇ ਵਿੱਚ ਸਿਰਫ ਅਸੀਂ ਗਰਮ ਮਸਾਲਾ ਇਹਦੇ ਵਿੱਚ ਪਾਵਾਂਗੇ ਔਰ ਤੁਸੀਂ ਗਾਰਨਿਸ਼ ਲਈ ਇਹਦੇ 'ਤੇ ਸਬਜ਼ ਧਨੀਆ ਪਾ ਦਿਓ ਔਰ ਮਾਸ਼ਾਅੱਲਾ ਜ਼ਬਰਦਸਤ ਜਿਹਾ ਸਾਲਨ ਬਣ ਕੇ ਤਿਆਰ। ਗਰਮ ਮਸਾਲਾ ਇਹਦੇ ਵਿੱਚ ਪਾ ਦਿਓ ਹਾਫ ਟੀ ਸਪੂਨ ਇਹਦੇ ਵਿੱਚ ਜੀ। ਤੇ ਗਰਮ ਮਸਾਲਾ ਛਿੜਕਣੇ ਤੋਂ ਬਾਅਦ ਆਪਾਂ ਇਹਨੂੰ ਕਰਾਂਗੇ ਮਿਕਸ, ਚੰਗੀ ਤਰ੍ਹਾਂ ਮਿਕਸ ਕਰਨੇ ਤੋਂ ਬਾਅਦ ਇਹਨੂੰ ਥੋੜੀ ਦੇਰ ਰੱਖਾਂਗੇ ਔਰ ਫਿਰ ਆਪਾਂ ਇਹਨੂੰ ਸਰਵ ਕਰ ਦਾਂਗੇ। ਉਮੀਦ ਹੈ ਕਿ ਤੁਹਾਨੂੰ ਰੈਸਪੀ